धूरी से आम आदमी पार्टी के स्वर्गीय नेता संदीप सिंगला की याद को समर्पित उनके परिवार की ओर से समाज सेवी अशोक कुमार लखा श्री अखंड पाठ साहिब के भोग डाले गए। इस मौके पर दिल्ली के सेहत मंत्री सत्येंद्र जैन विशेष तौर पर पहुंचे। उनके साथ पंजाब प्रधान भगवंत मान हरपाल सिंह चीमा भी हाजिर थे। इस मौके पर संस्था मालवा परिवर्तन की ओर से खूनदान कैंप भी लगाया गया। देखो साडी आम आदमी पार्टी की टीम के बहुत ही जुझारू साथी साडे संदीप सिंगला जी पिछले दिन ही एक सड़क हादसे ਦੇ ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੀ ਯਾਦ ਦੇ ਵਿੱਚ ਪਰਿਵਾਰ ਵੱਲੋਂ ਇੱਕ ਯਾਦ ਦੇ ਵਿੱਚ ਉਹਨਾਂ ਦੇ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਾ ਕੇ ਭੋਗ ਸੀ। ਅੱਜ ਉੱਥੇ ਮੱਥਾ ਟੇਕਣ ਆਏ ਤੇ ਉਹਨਾਂ ਦੀ ਯਾਦ ਹਮੇਸ਼ਾ ਸਾਡੇ ਦਿਲਾਂ 'ਚ ਰਹੂਗੀ। ਭਾਵੇਂ ਕੋਈ ਸਰੀਰਕ ਤੌਰ ਤੇ ਨਹੀਂ ਹੈਗੇ, ਪਰ ਉਹਨਾਂ ਨੇ ਸਮਾਜ ਸੇਵਾ ਲਈ ਜੋ ਕੰਮ ਕੀਤੇ ਜਾਂ ਕਰਨਾ ਚਾਹੁੰਦੇ ਸੀ, ਉਹਨਾਂ ਨੂੰ ਅਸੀਂ ਉਹਨਾਂ ਦੇ ਪਾਏ ਪੂਰੀਆਂ ਨੂੰ ਪੂਰੇ ਕਰ ਜੀ। ਇਹਦੇ ਪਰਿਵਾਰ ਵੱਲੋਂ ਪਰਿਵਾਰ ਨੂੰ ਕੁਝ ਆਉਣ ਵਾਲੀਆਂ ਚੋਣਾਂ ਬਾਰੇ ਸੋਚਿਆ ਜਾਵੇਗਾ? ਪਰਿਵਾਰ ਨਹੀਂ ਇਹਦੇ ਬਾਰੇ ਮਾਨ ਸਾਹਿਬ ਇੱਕ ਚੰਨੀ ਦੀ ਕਾਰਗੁਜ਼ਾਰੀ ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਹਜੇ ਤਾਂ 10-15 ਦਿਨ ਹੀ ਹੋਏ ਨੇ। 10-15 ਦਿਨ ਤਾਂ ਕਾਰਗੁਜ਼ਾਰੀ ਨਹੀਂ ਪਤਾ ਲੱਗਦਾ। ਕਰਨਾ ਚਾਹੀਦਾ, ਜੇ ਉਹ ਕੁਝ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਕੋਲ ਟਾਈਮ ਬਿਲਕੁਲ ਘੱਟ ਹੈ। ਇੱਕ ਸਿੱਧੂ ਨੇ ਲਖਵੀਰ ਨੂੰ ਲੈ ਕੇ ਮੌਨ ਵਰਤ ਰੱਖਿਆ ਸੀ ਦੇਖੋ ਜੀ, ਹੁਣ ਸਿੱਧੂ ਨੂੰ ਪੁੱਛੋਗੇ ਮੈਂ ਉਹਦੇ 'ਚ ਕੀ ਕਹਿ ਸਕਦਾ। ਮਾਨ ਸਾਹਿਬ ਲਖੀਮਪੁਰ ਏਡਾ ਵੱਡਾ ਘਟਨਾ ਵਾਪਰ ਗਈ, ਕਿਸਾਨਾਂ ਦੀ ਮੌਤ ਨੂੰ ਲੈ ਕੇ ਆਮ ਆਦਮੀ ਪਾਰਟੀ ਕਿਵੇਂ ਦੇਖਦੀ ਹੈ? ਤੇ ਅਸੀਂ ਸਾਡਾ ਵੀ ਵਫਦ ਜਾ ਕੇ ਆਇਆ, ਚੀਮਾ ਸਾਹਿਬ, ਰਜਿੰਦਰ ਕੌਰ, ਸਾਡੇ ਵੀ ਜਿਹੜੇ ਰਾਘਵ ਚੱਡਾ ਉੱਥੇ ਜਾ ਕੇ ਆਏ ਆ। ਦੇਖੋ ਇੱਕ ਗ੍ਰਹਿ ਰਾਜ ਮੰਤਰੀ ਹੈ ਜਿਹਦਾ ਕੰਮ ਹੈ ਦੇਸ਼ ਦੇ ਵਿੱਚ ਅਮਨ ਕਾਨੂੰਨ ਨੂੰ ਕਾਇਮ ਰੱਖਣਾ। ਉਹਦਾ ਬੇਟਾ ਹੀ ਜੇ ਇਸ ਅਮਨ ਕਾਨੂੰਨ ਨੂੰ ਹੱਥ 'ਚ ਲਊਗਾ ਤੇ ਉਹਦੇ ਮੰਤਰੀ ਹੁੰਦਿਆਂ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਅਸੀਂ ਜਿਹੜਾ ਅਜੇ ਮਿਸ਼ਰਾ ਹੈ, ਜਿਹੜਾ ਮਿਨਿਸਟਰ ਹੈ, ਉਹਦੇ ਅਸਤੀਫੇ ਦੀ ਮੰਗ ਕਰਦੇ ਹਾਂ। ਅਸਤੀਫਾ ਦੇਵੇ, ਉਦੋਂ ਬਾਅਦ ਜਾਂਚ ਹੋ ਲੈਣ ਦਿਓ। ਜੇ ਉਹਦਾ ਬੇਟਾ ਕਲੀਨ ਚਿੱਟ ਮਿਲਦੀ ਹੈ, ਬਰੀ ਹੋ ਜਾਂਦਾ, ਤਾਂ ਫੇਰ ਮੰਤਰਾਲਾ ਲੈ ਲੇ, ਕੋਈ ਗੱਲ ਨਹੀਂ, ਪਰ ਉਹਦੇ ਮੰਤਰੀ ਹੁੰਦਿਆਂ ਇਨਸਾਫ ਦੀ ਉਮੀਦ ਨਹੀਂ ਹੋ ਸਕਦੀ। ਸੀਐਮ ਦਾ ਚਿਹਰਾ ਕਦੋਂ ਲਾਣੇ ਆਮ ਆਦਮੀ ਪਾਰਟੀ? ਜਲਦੀ ਆਮ ਆਦਮੀ ਪਾਰਟੀ ਦੀ ਜਿਹੜੀ ਪੀਏਸੀ ਬੈਠੂਗੀ, ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਕਈ ਅੰਦਰੂਨੀ ਮਤਭੇਦ ਸੀ, ਕੀ ਲੱਗਦਾ ਹੁਣ ਠੀਕ ਹੋ ਚੁੱਕੇ ਨੇ? ਹੁਣ ਪਰਿਵਾਰ ਚੱਲਦਾ ਰਹਿੰਦਾ ਇੰਨਾ ਕਿ ਦਿਨਾਂ ਵਿੱਚ। ਮਾਨ ਸਾਹਿਬ ਆਉਣ ਵਾਲੀਆਂ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ, ਆਮ ਆਦਮੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ? ਸਾਡੇ ਵੱਲੋਂ ਪੂਰੀ ਤਿਆਰੀਆਂ ਨੇ। ਜਿਸ ਤਰ੍ਹਾਂ ਅਸੀਂ ਦਿੱਲੀ 'ਚ ਲੜਦੇ ਹਾਂ, ਉਹੀ ਹਾਲ ਕਾਂਗਰਸ ਦਾ ਦਿੱਲੀ ਵਾਲਾ ਹੀ ਹੋਊਗਾ ਇੱਥੇ ਪੰਜਾਬ 'ਚ। ਕਾਂਗਰਸ ਦਾ ਕੀ ਹਾਲ ਹੈ ਦਿੱਲੀ 'ਚ? ਪਿਛਲੀਆਂ 2 ਵਾਰੀਆਂ 'ਚ 2015 ਤੇ 2020 ਕਾਂਗਰਸ ਦੀ 0 ਹੈ। ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਆਏਗੀ ਆਮ ਆਦਮੀ ਮੁੱਦੇ ਪਾਰਟੀ? ਤਾਂ ਕੋਈ ਖਤਮ ਮੁੱਦਾ ਕੀਤਾ ਹੋਵੇ ਤਾਂ ਅਸੀਂ ਮੁੱਦੇ ਬਦਲੀਏ। ਬੇਰੁਜ਼ਗਾਰੀ ਮੁੱਦਾ, ਧੀਆਂ ਪੁੱਤ ਸਾਡੇ ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੇ ਆ, ਹੈ ਜੀ। ਤੇ ਆ ਜਿਹੜਾ ਐਜੂਕੇਸ਼ਨ ਦਾ ਬੁਰਾ ਹਾਲ ਹੈ, ਹੈਲਥ ਦਾ ਬੁਰਾ ਹਾਲ ਹੈ, ਮਾਫੀਆ ਰਾਜ ਜਿਹੜਾ ਉਹ ਚੱਲ ਰਿਹਾ ਹੈ। ਸੋ ਇਸ ਕਰਕੇ ਇਹ 4.5 ਸਾਲਾਂ ਬਾਅਦ ਇੱਕ ਇੰਜਣ ਬਦਲ ਕੇ ਇਹ ਕਹਿੰਦੇ ਨੇ ਸਾਰੀ ਗੱਡੀ ਜਿਹੜੀ ਹੈ ਉਹ ਇਮਾਨਦਾਰ ਹੋ ਗਈ, ਡੱਬਿਆਂ 'ਚ ਲੁੱਟ ਮੱਚੀ ਹੋਈ ਹੈ ਜੀ। ਧੂਰੀ ਹਲਕੇ ਟਿਕਟ ਕਦੋਂ ਲੜਦੇ ਹੋ ਜੀ? ਧੂਰੀ ਹਲਕੇ ਟਿਕਟ ਆਮ ਆਦਮੀ ਪਾਰਟੀ ਐਮਐਲਏ ਸਾਹਿਬ ਉਹਨਾਂ ਨੂੰ ਕੀ ਆਇਆ ਹੈ ਦਸ ਵੱਲੋਂ ਸਰਕਾਰ ਬਣਾਵੇ, ਸਾਡਾ ਆਪਣਾ ਨਾਮ ਬਾਰੇ ਕੀ ਕਹਿੰਦੇ ਹੈ? ਬੜੀ ਵਧੀਆ ਗੱਲ ਹੈ ਜੀ, ਤੁਸੀਂ ਕਿਹਾ ਚਰਚਾ ਹੈ। ਅਸੀਂ ਮਿਹਨਤ ਕਰਾਂਗੇ, ਹੋਰ ਵੀ ਮਿਹਨਤ ਕਰਾਂਗੇ, ਘਰ ਘਰ ਪ੍ਰਚਾਰ ਕਰਾਂਗੇ, ਪਰ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੀਆਂ ਉਮੀਦਾਂ ਤੇ ਪੂਰੇ ਉਤਰ ਜੀ। ਪੰਜਾਬ 'ਚ ਆਮ ਆਦਮੀ ਦਾ ਚਿਹਰਾ ਕਦੋਂ ਤੱਕ ਲਾਣਾ ਜਾਊਗਾ? ਪੰਜਾਬ 'ਚ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਚਿਹਰਾ ਕਦੋਂ ਤੱਕ? ਜਲਦੀ ਲਾਣ ਧੂਰੀ ਟਿਕਟ ਬਾਰੇ ਸਰ ਸਿੰਗਲਾ ਪਰਿਵਾਰ ਵੱਲੋਂ ਪ੍ਰੋਗਰਾਮ ਰਖਾਇਆ ਗਿਆ, ਤੁਸੀਂ ਆਏ ਹੋ, ਕੀ कहना चाहोगे? आज धुरी में हमारे वॉलंटियर थे संदीप सिंगला जी, जिन्होंने 40 साल की उम्र में इतने समाज सेवा के काम किए, इतने अच्छे काम किए, और वो अचानक मई के महीने में 11 मई को रोड एक्सीडेंट में सबको छोड़ के चले गए। उनके परिवार ने उनकी याद में हेल्थ कैंप लगाया उनको याद करने के लिए, और जो संदीप सिंगला जी रास्ता दिखा के गए, उनका पिताजी अशोक जी और पूरा परिवार उसके रास्ते पे चल रहे हैं और लोगों की सेवा में तत्पर है। उसी के अंदर जो भोग का कार्यक्रम था मैं उसमें शामिल होने के लिए आया था। ਕੀ ਆਉਣ ਵਾਲੀਆਂ ਨੇ ਕੀ ਸਿੰਗਲਾ ਪਰਿਵਾਰ ਨੂੰ ਦੁਬਾਰਾ ਦੇਖਿਆ ਜਾਊਗਾ? ਚੋਣਾਂ ਸੰਬੰਧੀ ਉਹਨਾਂ ਬਾਰੇ ਸੋਚਿਆ ਜਾਊਗਾ ਜੀ? देखिए आज दुख में शरीक होने आए हैं, ये राजनीति की बातें बाद में करेंगे। ਸਰ ਦੇਖਿਆ ਜਾਵੇ ਜਿਵੇਂ ਸੰਦੀਪ ਸਿੰਗਲਾ ਨੇ ਆਪਣੀ ਦਿਲ ਤੋੜ ਕੇ ਮਿਹਨਤ ਕੀਤੀ ਆਮ ਆਦਮੀ ਪਾਰਟੀ ਦੀ, ਕੀ ਟਿਕਟ ਦੇ ਦਾਪੂਰੇ ਤੇ ਧੂਰੇ ਦੇ ਦਾਅਵੇਦਾਰ ਨੇ, ਉਹਨੂੰ ਲੈ ਕੇ किਵੇਂ देखते हो? बिल्कुल, उन्होंने जो काम किया था पूरे इलाके में, धुरी में ही नहीं पूरे संगरूर डिस्ट्रिक्ट में उनका नाम था, और दिल्ली में भी था उनका नाम। दिल्ली में बॉर्डर पे उन्होंने जो काम किया, किसानों के लिए लंगर लगाए, टेंट लगाए, जो काम किया, उनका नाम तो दिल्ली तक फैला हुआ था। बहुत ही आघात पहुंचा आम आदमी पार्टी को, इसका बड़ा नुकसान हुआ। लखीमपुरी में बहुत बड़ी घटना वापरी है, किसानों
किसानों की मौत हुई है उसके बारे में आम आदमी पार्टी किमें देख रही है? बहुत ही गलत हुआ है, और जिस तरह से वीडियो सामने देखी है तो ये सीधा सीधा हत्या है। हत्या भी नहीं, आतंकवाद कहेंगे जिसे। चलते हुए किसानों के पीछे से आके गाड़ियों ने उनको रौंद दिया, और कितनी बड़ी दुख की बात है कि एक मंत्री के बेटे को अरेस्ट करने में भी सुप्रीम कोर्ट को बीच में आना पड़ा, 7 दिन के बाद अरेस्ट किया गया। बहुत ही गलत है ਸਰ ਦਿੱਲੀ में ਸਿਹਤ ਵਿਭਾਗ ਬਹੁਤ ਤੁਹਾਡੇ ਕੋਲ ਆ, ਬਹੁਤ ਵਧੀਆ ਉੱਥੇ ਲੋਕਾਂ ਦਾ ਇਲਾਜ ਹੋ ਰਿਹਾ। ਪੰਜਾਬ 'ਚ ਜਿਹੜੀ ਸਿਹਤ ਵਿਭਾਗ ਦਾ ਬਹੁਤ ਬੁਰਾ ਹਾਲ ਆ, ਕੀ ਤੁਹਾਡੀ ਸਰਕਾਰ ਆਉਂਦੀ ਹੈ, ਕੀ ਕਰੋਗੇ? आने के बाद आप देखिएगा, जैसे दिल्ली में शानदार किया है उतना ही शानदार यहाँ पे भी करके दिखाएंगे। और दिल्ली के मॉडल को लेते हुए संदीप जी काम कर रहे थे, वो भी तो कह रहे थे कि भाई जब तक सरकार नहीं बनती तब तक समाज सेवा के रूप में ही लोगों की सेवा करके दिखाई जाए। और बिल्कुल पंजाब के अंदर पिंड क्लिनिक खोलेंगे, अस्पताल खोलेंगे, लोगों का अच्छे से अच्छा इलाज कराएंगे। अब बाकी सरकारों ने क्या किया है कि अभी एक आइडिया बना लिया है कि बीजेपी और कांग्रेस दोनों ने ही वादे करके सरकार में आते हैं कि हम ये करेंगे, हम ये करेंगे, ये करेंगे। 4.5 साल के अंदर वो 4.5 साल होने के बाद कुछ नहीं करते। पंजाब में आम और आदमी पार्टी 4.5 साल के बाद वो अपने मुख्यमंत्री को बदल देते हैं, और मुख्यमंत्री को बदल के कहते हैं कि अब 6 महीने बचे हैं जी, अब तो हम कुछ कर नहीं सकते, अगली बारी करेंगे। तो जनता इस बात को समझ चुकी है। ये जो बासी रोटी खिलाने का सिलसिला है ना, कि हर बारी बासी रोटी को गर्म करके खिला देते हैं, पंजाब की जनता इस बार ये बहकावे में आने वाली नहीं है। आम सीएम का चेहरा आदमी कदों ऐलान कर रहे हैं? सीएम जो भी होगा आम आदमी होगा, और आप खुश होंगे जब भी आए। नहीं, आम आदमी को पहला विधायक MP भी हो सकता है, कोई भी हो सकता है, आम आदमी है सारे हमारे जितने भी हैं। किस पार्टी ਨਾਲ ਮੁੱਖ ਮੁਕਾਬਲਾ ਹੈ? ऐसा तो नहीं लग रहा है भी टिकट बनने में बहुत ज़्यादा देरी हो रही है। देखिए अभी ऐसा कोई देरी वाली बात नहीं। पिछले ਜੀ ਮੈਂ ਤੁਸੀਂ ਕੀ ਕਹੋਗੇ ਇਸ ਬਾਰੇ? ਧੂਰੀ 'ਚ ਆਏ ਹੋ ਜੀ ਅੱਜ ਧੂਰੀ ਦੇ ਵਿੱਚ ਸੰਦੀਪ ਸਿੰਗਲਾ ਦੀ ਯਾਦ ਨੂੰ ਸਮਰਪਿਤ ਜਿਹੜਾ ਮੈਡੀਕਲ ਕੈਂਪ ਲਗਾਇਆ ਸੀ, ਔਰ ਗੁਰੂ ਸਾਹਿਬਾਨ ਦਾ ਓਟ ਆਸਰਾ ਲਿਆ ਗਿਆ, ਭੋਗ ਪਾਏ ਗਏ ਨੇ, ਉਹਨਾਂ ਨੂੰ ਯਾਦ ਕੀਤਾ ਗਿਆ। ਬਹੁਤ ਅੱਛਾ ਕੰਮ ਆ, ਕਿਉਂਕਿ ਸਿੰਗਲਾ ਦਾ ਪਰਿਵਾਰ, ਜਿਹੜੇ ਉਹਨਾਂ ਦੇ ਪਿਤਾ ਜੀ, ਉਹਨਾਂ ਦੇ ਭਰਾ, ਉਹਨਾਂ ਦੇ ਸੁਪੁੱਤਰ, ਸਾਰਾ ਪਰਿਵਾਰ ਉਸੇ ਤਰ੍ਹਾਂ ਸੇਵਾ ਕਰ ਰਿਹਾ ਜਿਸ ਤਰ੍ਹਾਂ ਸੰਦੀਪ ਸਿੰਗਲਾ ਜੀ ਸੇਵਾ ਕਰਦੇ ਸੀ। ਬੇਸ਼ੱਕ ਉਹ ਇਸ ਦੁਨੀਆ 'ਚ ਨਹੀਂ ਰਹੇ, ਪਰ ਲੇਕਿਨ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਲਗਾਤਾਰ ਸੇਵਾ ਨਿਭਾ ਰਿਹਾ, ਔਰ ਧੂਰੀ ਹਲਕੇ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ। ਯੂਪੀ ਦੇ ਵਿੱਚ ਬਹੁਤ ਮੰਦਭਾਗੀ ਘਟਨਾ ਵਾਪਰੀ ਆ ਕਿਸਾਨ ਦੇਖੋ ਲਖੀਮਪੁਰ ਦੇ ਵਿੱਚ ਬਹੁਤ ਮਾੜੀ ਤੇ ਨਿੰਦਣਯੋਗ ਘਟਨਾ ਵਾਪਰੀ ਆ, ਔਰ ਦੋਸ਼ੀਆਂ ਨੂੰ ਫੜਨ ਦੇ ਵਿੱਚ 7 ਜਾਂ 8 ਦਿਨ ਲੱਗ ਗਏ। ਇਸ ਤੋਂ ਮਾੜੀ ਕਾਨੂੰਨ ਦੀ ਵਿਵਸਥਾ ਹਿੰਦੁਸਤਾਨ ਦੇ ਵਿੱਚ ਕੀ ਹੋਊਗੀ, ਕਿਉਂਕਿ ਦੇਸ਼ ਦੇ ਵਿੱਚ BJP ਦੀ ਜਿਹੜੀ ਸਰਕਾਰ ਆ, ਮੋਦੀ ਸਾਹਿਬ ਦੀ ਸਰਕਾਰ, ਯੋਗੀ ਸਾਹਿਬ ਦੀ ਸਰਕਾਰ, ਉਹ ਹਿੰਸਾ 'ਚ ਵਿਸ਼ਵਾਸ ਰੱਖਦੀ ਆ। ਉਹ ਦੇਸ਼ ਦੇ ਮਾਹੌਲ ਨੂੰ ਵਿਗਾੜਨਾ ਚਾਹੁੰਦੇ ਨੇਗੇ, ਕਿਸਾਨੀ ਅੰਦੋਲਨ ਨੂੰ ਕੁਚਲਣਾ ਚਾਹੁੰਦੇ ਨੇਗੇ। ਮੈਂ ਸਮਝਦਾਗਾ ਜਦ ਕਿ ਗੱਲ ਹੋਣੀ ਚਾਹੀਦੀ ਸੀ, 3 ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ ਸੀਗੇ, ਪਰ ਲੇਕਿਨ BJP ਜਿਹੜੀ ਆ, ਉਹਦੇ ਮਿਨਿਸਟਰ ਜਿਹੜੇ ਹੈਗੇ ਸੀ, ਪਹਿਲਾਂ ਵੀ ਉਹਨਾਂ ਨੇ ਆਪਣੀਆਂ ਵਿਵਾਦਤ ਵੀਡੀਓ ਜਾਰੀ ਕੀਤੀਆਂ ਕਿ ਅਸੀਂ ਦੇਖਾਂਗੇ ਲੋਕਾਂ ਨੂੰ, ਅਸੀਂ ਕਿਸਾਨਾਂ ਨੂੰ ਜਿਹੜਾ ਹੈਗਾ ਮਾਰ ਦਿਆਂਗੇ। ਪਹਿਲਾਂ ਵੀਡੀਓ ਨੇ ਸਾਹਮਣੇ ਆਈਆਂ ਸੀ। ਸੋ ਮੈਂ ਸਮਝਦਾ ਇਸ ਘਟਨਾ ਦੇ ਵਿੱਚ ਜਿਹੜਾ ਮੰਤਰੀ ਆ, ਕੇਂਦਰੀ ਰਾਜ ਗ੍ਰਹਿ ਮੰਤਰੀ ਮਿਸ਼ਰਾ ਜੀ, ਅਜੇ ਮਿਸ਼ਰਾ ਜੀ, ਉਹਨਾਂ ਨੂੰ ਤੁਰੰਤ ਬਰਖਾਸਤ ਕਰਨਾ ਬਣਦਾ ਗਾ, ਤੁਰੰਤ ਡਿਸਮਿਸ ਕਰਨਾ ਬਣਦਾ ਗਾ। ਪੰਜਾਬ ਦੇ ਮੁੱਖ ਮੰਤਰੀ ਚੰਨੀ ਸਾਹਿਬ ਦੇ ਕਾਰਜਕਾਲ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ ਹਜੇ ਤਾਂ ਚੰਨੀ ਸਾਹਿਬ ਨੇ ਕਾਰਜਕਾਲ ਸ਼ੁਰੂ ਨਹੀਂ ਕੀਤਾ ਹੈਗਾ, ਉਹਨਾਂ ਦਾ ਕਾਰਜਕਾਲ ਨਹੀਂ ਹੈਗਾ, ਕਾਂਗਰਸ ਪਾਰਟੀ ਦਾ ਕਾਰਜਕਾਲ ਹੈਗਾ। 4.5 ਸਾਲ ਦੇ ਵਿੱਚ ਕਾਂਗਰਸ ਪਾਰਟੀ ਨੇ ਕੋਈ ਵੀ ਕੰਮ ਪੰਜਾਬ 'ਚ ਨਹੀਂ ਕੀਤਾ। ਹੁਣ ਕਾਂਗਰਸ ਪਾਰਟੀ ਜਿਹੜੀ ਆ, ਜਿਸ ਤਰ੍ਹਾਂ BJP ਚਿਹਰੇ ਬਦਲ ਰਹੀ ਆ, BJP ਨੇ ਸਾਰੇ ਰਾਜਾਂ ਦੇ ਵਿੱਚ ਆਪਣੇ ਮੁੱਖ ਮੰਤਰੀ ਬਦਲਤੇ, ਉਸੇ ਤਰੀਕੇ ਕਾਂਗਰਸ ਪਾਰਟੀ ਆਪਣੇ ਮੁੱਖ ਮੰਤਰੀ ਬਦਲ ਕੇ ਕਹਿੰਦੀ ਹੈ ਕਿ ਅਸੀਂ ਉਹਦੀ ਜ਼ਿੰਮੇਵਾਰੀ ਦੂਜੇ ਦੇ ਬਦਲ ਜਿਹੜੀ ਸਿੱਟ ਕੇ ਬਚਣਾ ਚਾਹੁੰਦੇ ਨੇ। ਪਰ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਵੀ 4.5 ਸਾਲ ਪਹਿਲਾਂ ਕਾਂਗਰਸ ਦਾ ਰਾਜ ਸੀ, ਅੱਜ ਵੀ ਕਾਂਗਰਸ ਪਾਰਟੀ ਦਾ ਰਾਜ ਆ। 4.5 ਸਾਲ ਦੇ ਵਿੱਚ 4.5 ਡਿਸਪੈਂਸਰੀਆਂ ਨਹੀਂ ਪੰਜਾਬ 'ਚ ਬਣੀਆਂ। 4.5 ਸਾਲਾਂ ਦੇ ਵਿੱਚ 4.5 ਚੰਗੇ ਕਾਲਜ ਨਹੀਂ ਪੰਜਾਬ 'ਚ ਬਣੇ। 4.5 ਸਾਲਾਂ ਦੇ ਵਿੱਚ ਕੋਈ ਵੀ ਕਾਨੂੰਨ ਦੀ ਵਿਵਸਥਾ ਪੰਜਾਬ 'ਚ ਨਹੀਂ ਸੁਧਰੀ ਹੈਗੀ। 4.5 ਸਾਲ ਦੇ ਵਿੱਚ 4 PTN न्यूज़ के लिए धुरी से वासु गर्ग की रिपोर्ट।